ਨੈਕਸਟ ਟੌਪਿਕ ਹੈ AC ਥਰੂ LCR ਸੀਰੀਜ਼ ਸਰਕਿਟ। ਹੁਣ ਇਹਦੇ 'ਚ ਅਸੀਂ ਕੀ ਕਰਨਾ ਹੈ, ਤਿੰਨਾਂ ਨੂੰ ਸੀਰੀਜ਼ 'ਚ ਕਨੈਕਟ ਕਰਨਾ ਹੈ। ਇੱਕ ਗੱਲ ਦਾ ਧਿਆਨ ਰੱਖਣਾ ਹੈ, ਸੀਰੀਜ਼ 'ਚ ਹੈ ਕਿ ਪੈਰਲਲ 'ਚ। ਵੈਸੇ ਸਿਲੇਬਸ 'ਚ ਸੀਰੀਜ਼ 'ਚ ਹੈ, ਫਿਰ ਵੀ ਇਹ ਚੀਜ਼ ਦਾ ਧਿਆਨ ਰੱਖੋ ਸੀਰੀਜ਼ ਪੁੱਛਿਆ ਹੈ ਕਿ ਪੈਰਲਲ। ਸੀਰੀਜ਼ 'ਚ ਹੁਣ ਅਸੀਂ ਕਿਹਨੂੰ ਕਿਹਨੂੰ ਕਨੈਕਟ ਕਰਨਾ ਹੈ, ਇੰਡਕਟਰ, ਕਪੈਸੀਟਰ ਤੇ ਰਜਿਸਟਰ ਨੂੰ। ਔਰ ਉਹਦੇ ਅਕਰੋਸ ਅਸੀਂ ਕੀ ਚੀਜ਼ ਚੈੱਕ ਕਰਨੀ ਹੈ, ਕਿੰਨਾ ਆਲਟਰਨੇਟਿੰਗ ਕਰੰਟ ਹੈ। ਮਤਲਬ ਐਟ ਦੀ ਐਂਡ ਅਸੀਂ ਫਿਰ ਅਗੇਨ ਕਰੰਟ ਦੀ ਹੀ ਵੈਲਿਊ ਨੂੰ ਫਾਈਂਡ ਆਊਟ ਕਰਨਾ ਹੈ। ਤਾਂ ਅਸੀਂ ਪਹਿਲਾਂ ਇੱਥੇ ਸਰਕਿਟ ਬਣਾ ਲੈਂਦੇ ਹਾਂ। ਸਰਕਿਟ 'ਚ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਇੰਡਕਟਰ, ਠੀਕ ਹੈ, ਹੈਵਿੰਗ ਇੰਡਕਟੈਂਸ L। ਉਸ ਤੋਂ ਬਾਅਦ ਅਸੀਂ ਕੀ ਕਨੈਕਟ ਕਰਨਾ ਹੈ, ਕਪੈਸੀਟਰ। ਕਪੈਸੀਟਰ ਨੂੰ ਅਸੀਂ ਇਸ ਤਰ੍ਹਾਂ ਬਣਾਤਾ, ਕਪੈਸੀਟੈਂਸ ਕਿੰਨੀ ਹੈ, C ਹੈ। ਫਿਰ ਅਸੀਂ ਕੀ ਕਨੈਕਟ ਕਰਨਾ ਹੈ, ਰਜਿਸਟਰ। ਰਜਿਸਟਰ ਦੀ ਰਜਿਸਟੈਂਸ ਕਿੰਨੀ ਹੈ, R ਹੈ। ਔਰ ਇਹਨਾਂ ਤਿੰਨਾਂ ਨੂੰ ਅਸੀਂ ਕਾਹਦੇ ਅਕਰੋਸ ਕਨੈਕਟ ਕਰਨਾ ਹੈ, ਇੰਸਟੈਂਟੇਨੀਅਸ ਵੈਲਿਊ ਆਫ ਆਲਟਰਨੇਟਿੰਗ EMF, ਜਿਹਨੂੰ ਅਸੀਂ ਕਾਹਦੇ ਨਾਲ ਡਿਨੋਟ ਕਰਦੇ ਹਾਂ, E ਨਾਲ ਡਿਨੋਟ ਕਰਦੇ ਹਾਂ। ਔਰ ਅਸੀਂ ਅਗਰ ਟੋਟਲ ਸਰਕਿਟ 'ਚ ਕਰੰਟ ਦੇਖੀਏ ਤਾਂ I ਕਰੰਟ ਹੈ, ਜੋ ਕਿ ਸੀਰੀਜ਼ ਦੇ ਵਿੱਚ ਹਮੇਸ਼ਾ ਸੇਮ ਕਰੰਟ ਹੀ ਤਿੰਨਾਂ ਦੇ ਵਿੱਚ ਹੋ ਕੇ ਜਾਏਗਾ। ਔਰ ਅਗਰ ਅਸੀਂ ਵੋਲਟੇਜ ਦੀ ਗੱਲ ਕਰੀਏ ਤਾਂ ਵੋਲਟੇਜ ਡ੍ਰੌਪ ਅਲੱਗ-ਅਲੱਗ ਹੋਏਗਾ। ਸਪੋਜ਼ ਇੰਡਕਟਰ ਦੇ ਅਕਰੋਸ ਵੋਲਟੇਜ ਡ੍ਰੌਪ ਹੈ VL, ਮਤਲਬ ਕਿੰਨੀ ਵੋਲਟੇਜ ਯੂਟੀਲਾਈਜ਼ ਹੋ ਰਹੀ ਹੈ। ਕਪੈਸੀਟਰ ਦੇ ਅਕਰੋਸ ਹੈ VC ਐਂਡ ਰਜਿਸਟਰ ਦੇ ਅਕਰੋਸ ਹੈ VR। ਠੀਕ, ਇਹ ਹੋ ਗਈਆਂ ਤਿੰਨੋਂ ਜੋ ਅਸੀਂ ਵੈਲਿਊਜ਼ ਲੈ ਕੇ ਚੱਲ ਰਹੇ ਹਾਂ ਵੋਲਟੇਜਸ ਦੀਆਂ ਅਕਰੋਸ ਇੰਡਕਟਰ, ਕਪੈਸੀਟਰ ਐਂਡ ਰਜਿਸਟਰ। ਹੁਣ ਇਸ ਤੋਂ ਬਾਅਦ ਸਟਾਰਟਿੰਗ 'ਚ ਜੋ ਇੰਟਰੋਡਕਸ਼ਨ ਉਹੀ ਅਗੇਨ ਕੰਸੀਡਰ ਕਰਨੀ ਹੈ, ਸੋਰਸ ਆਫ ਆਲਟਰਨੇਟਿੰਗ EMF ਕਨੈਕਟਡ, ਕਾਹਦੇ ਨਾਲ ਕਨੈਕਟ ਕਰਨਾ ਹੈ, ਸੀਰੀਜ਼ ਕੰਬੀਨੇਸ਼ਨ ਆਫ ਇੰਡਕਟਰ ਆਫ ਇੰਡਕਟੈਂਸ L ਲਿਖ ਦਾਂਗੇ, ਰਜਿਸਟਰ ਆਫ ਰਜਿਸਟੈਂਸ R, ਕਪੈਸੀਟਰ ਆਫ ਕਪੈਸੀਟੈਂਸ C। ਹੁਣ ਉਸ ਤੋਂ ਬਾਅਦ ਵੋਲਟੇਜਸ ਦੀਆਂ ਵੈਲਿਊਜ਼ ਲਿਖਣੀਆਂ ਹੈ। ਇੰਡਕਟਰ ਦੇ ਅਕਰੋਸ ਵੋਲਟੇਜ ਜਿੱਦਾਂ ਪਿਛਲੇ ਟੌਪਿਕ 'ਚ I ਇੰਟੂ XL ਨੰਬਰ 1, ਕਪੈਸੀਟਰ ਦੇ ਅਕਰੋਸ ਵੋਲਟੇਜ I ਤੇ ਨਾਲ ਅਸੀਂ ਇੱਥੇ ਕੀ ਲਿਖਾਂਗੇ, ਕਪੈਸੀਟਿਵ ਰਿਐਕਟੈਂਸ। ਫਿਰ ਇਸੇ ਤਰ੍ਹਾਂ ਰਜਿਸਟਰ ਦੇ ਅਕਰੋਸ VR, ਇਹਨੂੰ ਅਸੀਂ ਕੀ ਲਿਖਾਂਗੇ, I ਇੰਟੂ R। ਇਹ ਹੋ ਗਈਆਂ ਤਿੰਨ ਇਕੁਏਸ਼ਨਸ। ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਅਗੇਨ ਜਿੱਦਾਂ ਪਿਛਲੇ ਟੌਪਿਕ 'ਚ ਅਸੀਂ ਫੇਜ਼ਰ ਡਾਇਗਰਾਮ ਬਣਾਈ ਸੀ, ਮਤਲਬ ਗ੍ਰਾਫ ਬਣਾਇਆ ਹੈ, ਉਸੇ ਤਰ੍ਹਾਂ ਹੁਣ ਇੱਥੇ ਗ੍ਰਾਫ 3 ਦੇ ਕੇਸ 'ਚ ਕਿਸ ਤਰ੍ਹਾਂ ਬਣਨਾ ਹੈ ਉਹਨੂੰ ਅਸੀਂ ਦੇਖੀਏ। ਅਸੀਂ ਇੱਥੇ ਕੀ ਕੀਤਾ, ਪਹਿਲਾਂ ਉਹੀ ਓਰੀਜਨ ਹੈ, X ਐਕਸਿਸ ਹੈ, Y ਐਕਸਿਸ ਹੈ। ਠੀਕ, ਟੋਟਲ EMF ਨੂੰ ਅਸੀਂ ਉਸੇ ਤਰ੍ਹਾਂ ਜਿੱਦਾਂ ਪਿਛਲੇ ਟੌਪਿਕ 'ਚ ਵੀ ਕੀਤਾ, 3-4 ਟੌਪਿਕ ਸਾਰਿਆਂ 'ਚ ਅਸੀਂ ਉਸੇ ਤਰ੍ਹਾਂ ਕਰ ਰਹੇ ਹਾਂ। ਇਹ ਹੋ ਗਈ ਵੈਲਿਊ ਸਾਡੇ ਕੋਲ ਜੋ ਵੀ ਹੈ EMF ਦੀ, ਟੋਟਲ EMF। ਹੁਣ ਇਸ ਤੋਂ ਬਾਅਦ ਅਸੀਂ ਕੀ ਗੱਲ ਕਰਨੀ ਹੈ, ਅਸੀਂ VR ਵੀ ਦੇਖਣਾ ਹੈ, VC ਵੀ ਦੇਖਣਾ ਹੈ, VL ਵੀ ਦੇਖਣਾ ਹੈ। ਸਟਾਰਟਿੰਗ 'ਚ ਅਸੀਂ ਸਪੋਜ਼ ਕਰਦੇ ਹਾਂ VR ਤੋਂ ਸਟਾਰਟ ਕਰ ਲਈਏ, ਔਰ ਇਹ ਸਾਡੇ ਕੋਲ ਫਾਈ ਐਂਗਲ ਹੈ। ਠੀਕ ਹੈ, ਤਾਂ ਹੁਣ ਇੱਥੇ ਅਸੀਂ ਕਿਸ ਤਰ੍ਹਾਂ ਕਰਨਾ ਹੈ, ਸਪੋਜ਼ ਇਸ ਡਾਇਰੈਕਸ਼ਨ 'ਚ ਮੇਰੇ ਕੋਲ VR ਹੈ, ਠੀਕ। ਔਰ ਇਸ ਡਾਇਰੈਕਸ਼ਨ 'ਚ ਅਸੀਂ ਜਿਸ ਤਰ੍ਹਾਂ ਪਿਛਲੇ ਟੌਪਿਕ 'ਚ ਕੀਤਾ, ਅਸੀਂ ਕਿਹਨੂੰ ਕੰਸੀਡਰ ਕਰਕੇ ਚੱਲ ਰਹੇ ਸੀ, VL ਨੂੰ ਕੰਸੀਡਰ ਕਰਕੇ ਚੱਲ ਰਹੇ ਸੀ। ਹੁਣ VC ਨੂੰ ਕਿੱਥੇ ਬਣਾਉਣਾ ਹੈ ਉਹ ਬਾਅਦ ਵਿੱਚ ਅਸੀਂ ਦੇਖਦੇ ਹਾਂ, ਪਹਿਲਾਂ ਦੋਨਾਂ ਨੂੰ ਲੈ ਕੇ ਚੱਲਦੇ ਹਾਂ। ਸੇਮ ਉਸੇ ਤਰ੍ਹਾਂ ਅਗਰ VR ਜਿੱਦਾਂ ਪਿਛਲੇ ਟੌਪਿਕ 'ਚ ਕੀਤਾ ਸੀ, ਇਨ ਫੇਸ ਕਰੰਟ ਸੀ, ਇੱਥੇ ਬਣਾ ਦਿੱਤਾ। ਠੀਕ, ਇਸੇ ਤਰ੍ਹਾਂ ਸਾਡੇ ਕੋਲ ਅਗਰ VL ਦੇ ਕੇਸ 'ਚ ਸੇਮ ਉਹੀ ਡਾਇਗਰਾਮ ਰਿਪੀਟ 'ਚ π/2 ਐਂਗਲ ਦੇ ਨਾਲ ਜੋ ਵੋਲਟੇਜ ਹੈ ਉਹ ਲੀਡ ਕਰ ਰਹੀ ਹੈ, ਜਾਂ ਫਿਰ ਕੀ ਕਹਿ ਦਈਏ ਕਰੰਟ ਲੈਗ ਕਰ ਰਿਹਾ। ਹੁਣ ਕਪੈਸੀਟਰ ਦੇ ਕੇਸ 'ਚ ਕੀ ਸੀਗਾ, ਕਪੈਸੀਟਰ ਦੇ ਕੇਸ 'ਚ ਸੀਗਾ ਕਿ ਕਰੰਟ ਜਿਹੜਾ ਹੈ ਉਹ ਲੀਡ ਕਰੇਗਾ ਬਾਏ ਐਨ ਐਂਗਲ ਆਫ π/2। ਕਿਹਦੇ ਤੋਂ ਲੀਡ ਕਰੇਗਾ, ਵੋਲਟੇਜ ਆਫ ਕਪੈਸੀਟਰ ਤੋਂ। ਲੀਡ ਮਤਲਬ ਅੱਗੇ ਰਹੇਗਾ, ਤਾਂ ਮਤਲਬ ਅਗਰ ਇੱਥੇ ਕਰੰਟ ਦੀ ਇੱਕ ਵੈਲਿਊ ਅਸੀਂ, ਮਤਲਬ ਕਰੰਟ ਦੀ ਇੱਕ ਡਾਇਰੈਕਸ਼ਨ ਜਿਹੜੀ ਹੈ ਉਹ ਫਿਕਸ ਕਰਤੀ। ਹੁਣ ਅਸੀਂ ਬਾਰ-ਬਾਰ ਡਿਫਰੈਂਟ ਕਰੰਟ ਨਹੀਂ ਲੈ ਸਕਦੇ, ਕਿਉਂਕਿ ਕਰੰਟ ਅਗਰ ਅਸੀਂ ਸਰਕਿਟ 'ਚ ਦੇਖੀਏ ਤਾਂ ਇੱਕੋ ਕਰੰਟ ਹੈ। ਪੈਰਲਲ 'ਚ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਕਰੰਟ ਜਿਹੜਾ ਹੈ ਉਹ ਹਰ ਇੱਕ ਜੋ ਲਾਈਨ 'ਚ ਕਹੀਏ ਅਲੱਗ-ਅਲੱਗ ਜਾ ਰਿਹਾ ਹੈ, ਹਰ ਇੱਕ ਵਾਇਰ 'ਚ ਅਲੱਗ-ਅਲੱਗ। ਇੱਥੇ ਸੇਮ ਇੱਕੋ ਵਾਇਰ 'ਚ ਸੇਮ ਹੀ ਕਰੰਟ ਅੱਗੇ ਜਾਏਗਾ, ਤਾਂ ਕਰੰਟ ਦੀ ਸੇਮ ਇੱਕੋ ਵੈਲਿਊ ਜੋ ਅਸੀਂ ਇਸ ਤਰ੍ਹਾਂ ਦਿਖਾਤੀ ਇੱਥੇ। ਹੁਣ VC ਨੂੰ ਕਿੱਦਾਂ ਲੈ ਕੇ ਚੱਲੀਏ, ਕਿਉਂਕਿ ਕਰੰਟ ਨੇ ਲੀਡ ਕਰਨਾ ਹੈ π/2, ਤਾਂ ਇੱਥੋਂ ਦੇਖ ਕੇ ਹੀ ਪਤਾ ਚੱਲ ਰਿਹਾ, ਮਤਲਬ ਕਿਤੇ ਇਸ ਤਰ੍ਹਾਂ। ਇਹਦਾ ਮਤਲਬ ਇਹ ਵਾਲੀ ਡਾਇਰੈਕਸ਼ਨ ਹੈ ਵੋਲਟੇਜ ਆਫ ਕਪੈਸੀਟਰ
जो असी लैके चल रहे हैं, क्योंकि कैपेसिटर दे केस च करंट ने की करना है, लीड करना है, लीड ही कर रहा मतलब VC जिहड़ा है वो लैग कर रहा बाय एन एंगल ऑफ π/2। तो ये जो हो गई साडे कोल, अगर असी तिन्हां दे कॉम्बीनेशन की गल करिए, कॉम्बीनेशन च जो असी डायग्राम बनावांगे। हुण इस तो बाद असी फिर उस तरह ये विच असी इनू कंप्लीट कर लैंदे हां डायग्राम नू। इस पॉइंट नू ए कंसिडर कर लिया, इस पॉइंट नू असी कंसिडर कर लैंदे आ ई, और इस पॉइंट नू सपोज असी डी कंसिडर कर लिया। ठीक है, हुण इस तो बाद असी की करना है, सिर्फ असी उपरली डायग्राम नू लैके चलना है। तो नीचे वाले जो असी नीचे जो ड्रॉ किया उन्होंने असी उपर किस तरह लैके चलीए, मतलब जो VC है, अगर तो VC वाला कॉन्सैप्ट ना हुंदा तो असी इन्नी डायग्राम लैके अपना सल्यूशन लेना सी। पर इस केस च की है साडे कोल VC भी इनवॉल्वड है, मतलब इस चीज़ नू भी रिवर्स उपर लैके जाना है। तो किस तरह करिए असी, VL Y डायरैक्शन च है, मतलब असी जो OD है दैट इज़ नॉट VL जो है किते उपर असी कह रहे हैं किते किसी पॉइंट ते जाएगा, इसी तरह VC नीचे है। वॉट अबाउट अगर असी OD कैलकुलेट करना है, ठीक है, सपोज इन केस अगर असी कह रहे हैं वैल्यू ऑफ VL इज़ ग्रेटर दैन VC, तो एक वैक्टर उपर है, एक वैक्टर नीचे वाली डायरैक्शन च। अगर असी +1 दियां चीज़ां नू रिवाइज करिए, मान लो एक वैक्टर साडे कोल उपर है A वैक्टर और एक वैक्टर है नीचे। ठीक, असी की करना है, कुछ इन्नी वैल्यू फाइंड आउट करनी है, मान लो OD। तो किस तरह कैलकुलेट करांगे, अगर A वैक्टर B तो वड्डा है तो की करोगे, A वैक्टर माइनस B वैक्टर लिख देंगे, मतलब OD की वैल्यू असी की लिख देंगे, जो वड्डा वैक्टर है वो असी छोटे वाले नू माइनस क्यों किया, क्योंकि रिवर्स उल्टी डायरैक्शन च है, अगर सेम डायरैक्शन च हुंदा तो प्लस कर दे। ठीक है, इस तरह असी अगर OD कैलकुलेट करना है तो OD की वैल्यू कितनी होएगी, VL उहदे चों किनू माइनस कर दिए, VC नू माइनस कर दिए। तो ये है वैल्यू साडी OD दी। हुण असी उस तरह जिद्दां पिछले टॉपिक च OE नू कैलकुलेट करना है यूजिंग पाइथागोरस, तो की आ जाएगी पाइथागोरस थ्योरम OA² प्लस AE स्क्वेयर। हुण AE कादे इक्विवेलेंट है, OD दे इक्विवेलेंट है, तो मैं AE दी जगह ते की लिखना है, OD लिखना है, तो OA² प्लस OD स्क्वायर हो जाएगा। हुण इस तो बाद असी की लिखिए, OE इज इक्वल्स टू OA, मतलब असी कादी गल कर रहे हैं, VR दी, VR², OD मतलब VL माइनस VC दा स्क्वायर, और OE दा मतलब असी E कैलकुलेट कर रहे हैं, दैट इज़ EMF। तो वैल्यू की आ जाएगी VR² इंटू VL माइनस VC दा होल स्क्वायर। हुण असी VR, VL ते VC दियां जो फर्स्ट सैकेंड थर्ड इक्वेशन च वैल्यूज़ लिखियां है वो असी इत्थे सबस्टिट्यूट करांगे। तो वैल्यू सबस्टिट्यूट करन तो बाद की आएगा साडे कोल, E इज़ इक्वल्स टू √ऑफ I² R² प्लस फिर इस तो बाद की आ जाएगा IXL माइनस IXC दा होल स्क्वायर। ठीक, ये वैल्यू आ गई। हुण इस तो बाद असी की करिए, I नू कॉमन ले लीए, सारे चों I नू अगर असी कॉमन लैके चलते हैं तो की आ जाएगा, I² मतलब कॉमन लिया तो की आ जाएगा R² प्लस XL माइनस XC दा होल स्क्वायर। हुण इस तो बाद I² नू असी √ तो बाहर अगर लैके चलते हैं तो की आ जाएगा, I बचेगा और अंदर की बचा R² प्लस XL माइनस XC दा होल स्क्वायर। हुण इस चीज़ नू रीअरेंज करिए, क्योंकि फाइंड आउट की करना है, करंट फाइंड आउट करना है, तो की आ जाएगा E अपॉन √ऑफ R² प्लस XL माइनस XC दा होल स्क्वायर। हुण असी की कवांगे, जो असी डिनोमीनेटर च कंसिडर किया दैट इज़ इंपीडेंस। इंपीडेंस मतलब जो ही डेफिनेशन पिछले टॉपिक च लिखी सी, जो रेजिस्टेंस है या ऑपोजिशन है ऑफर्ड बाय LCR सर्किट टू द फ्लो ऑफ करंट, मतलब करंट दे फ्लो नू जो ऑपोजिशन ऑफर्ड हो रही है उन्होंने असी इंपीडेंस कहते हैं, और इंपीडेंस नू Z नाल डिनोट करते हैं, और यदी वैल्यू कितनी है √ऑफ R² प्लस XL माइनस XC दा होल स्क्वायर।
XL ਤੇ XC ਦੀ ਅਗਰ ਅਸੀਂ ਇੱਥੇ ਵੈਲਿਊ ਸਬਸਟੀਟਿਊਟ ਕਰੀਏ ਤਾਂ ਸਾਡੇ ਕੋਲ ਕੀ ਆ ਜਾਏਗਾ R² ਪਲੱਸ XL ਦੀ ਵੈਲਿਊ ਦੈਟ ਇਜ਼ ω² L² ਮਾਈਨਸ ਜਾਂ ਅਸੀਂ ਸਕੇਅਰ ਬਾਹਰ ਲਿਖਿਆ ਹੋਇਆ ਤਾਂ ਅਸੀਂ ਇੱਥੇ ਨਹੀਂ ਲਿਖਾਂਗੇ ω_L ਮਾਈਨਸ 1/ωc ਦਾ ਹੋਲ ਸਕੁਅਰ। ठीक है, अगर असी इनू खोलना है तो असी ब्रैकेट नू ओपन भी कर सकते हैं। फिलहाल अगर असी इहदा एक मैथेमैटिकल एक्सप्रैशन लिखना है तो इनू असी इत्थे भी छड्ड सकते हैं। इस तो बाद असी की करना है एंगल फाइंड आउट करना है tan φ। अगेन सेम उस तरह AE/OA हो जाएगा। अगर असी इस डायग्राम नू देख के चलते हैं तो इस तो बाद साडे कोल इहदी वैल्यू कितनी हो जाएगी। AE दी वैल्यू है डायग्राम चों VL माइनस VC और OA ਦੀ वैल्यू है VR। ਹੁਣ ਅਸੀਂ ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਨੀਆਂ ਹੈ। ਅਸੀਂ ਕਿੱਥੋਂ ਕੈਲਕੂਲੇਟ ਕੀਤਾ ਫਰੋਮ ਡਾਇਗਰਾਮ। tan φ ਕਾਦੇ ਬਰਾਬਰ ਹੈ I VL ਦੀ ਵੈਲਿਊ ਪੁੱਟ ਕਰ ਰਹੇ ਹਾਂ I ਦੇ ਨਾਲ XL माइनस I XC/I R। I जो है थ्रू आउट कॉमन हो जाएगा और कैंसल हो जाएगा। की बचा है XL माइनस XC/R। ਹੁਣ ਅਸੀਂ ਇੱਥੇ ਵੈਲਿਊਜ਼ ਪੁੱਟ ਕਰ ਸਕਦੇ ਹਾਂ XL ਔਰ XC ਦੀ ਤਾਂ ਕੀ ਆ ਜਾਏਗਾ tan φ ਇਜ਼ ਇਕੁਅਲ ਟੂ ω_L ਮਾਈਨਸ 1/ωc/R। ਇਹ ਹੈ ਸਾਡੇ ਕੋਲ tan φ। ਹੁਣ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਇੱਕ ਦੋ ਜੋ ਹੈ ਸਪੈਸ਼ਲ ਕੇਸਿਸ ਅਸੀਂ ਲੈ ਕੇ ਚੱਲਨੇ ਹੈ। ਸਪੈਸ਼ਲ ਕੇਸਿਸ 'ਚ ਅਸੀਂ ਕੀ ਕਰਾਂਗੇ जो tan φ है tan φ ਦੇ ਅਸੀਂ ਇੱਕ ਦੋ ਕੇਸਿਸ ਲੈ ਕੇ ਚੱਲਨੇ ਹੈ। ਉਹਦੇ 'ਚ ਅਸੀਂ ਕੀ ਚੀਜ਼ ਲੈ ਕੇ ਚੱਲਾਂਗੇ ਸਪੋਜ਼ ਫਸਟ ਕੇਸ ਹੈ ਸਾਡੇ ਕੋਲ when ਜਾਂ if ω_L is greater than 1/ωc। मतलब ω_L ਦੀ ਵੈਲਿਊ 1/ωc ਤੋਂ ਕੀ ਹੈ ज़्यादा है ਤਾਂ ਨੈਚੁਰਲੀ tan φ ਦਾ ਜੋ ਆਨਸਰ ਆਏਗਾ दैट विल बी पॉजिटिव। ਤਾਂ ਅਸੀਂ ਕਵਾਂਗੇ ਐਂਗਲ ਜਿਹੜਾ ਹੈ ਉਹ ਕੀ ਹੋਏਗਾ ਪੋਜ਼ਿਟਿਵ ਹੋਏਗਾ राइट। अगर असी कहता सैकेंड केस च ω_L इज़ लैस दैन 1/ωc तो tan φ का आंसर कितना आ जाएगा नैगेटिव आ जाएगा। तो असी कहांगे tan φ नैगेटिव है। थर्ड केस च असी की कह देंगे इफ ω_L इज़ इक्वल्स टू 1/ωc तो ये चीज़ की हो जाएगी 0। tan φ कितना हो जाएगा 0। tan φ इज़ द एंगल। अगर एंगल 0 है तो असी कहांगे फेस डिफरेंस कितना है 0 डिग्री है। या फिर असी किहदे विचला फेस डिफरेंस EMF एंड करंट दे विचला फेस डिफरेंस कितना है 0 है। या फिर असी कहांगे करंट ते EMF की है इन फेस है।